ਤੁਸੀਂ ਲੀਡਰਾਂ ਦੇ ਰੋਲ ਨੂੰ ਕਿਸ ਤਰ੍ਹਾਂ ਮੰਨਦੇ ਹੋ ਕਿ ਕਿਸ ਤਰ੍ਹਾਂ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਉਹ ਬੜਾਵਾ ਦਿੱਤਾ ਜਾਂਦਾ ਹੈ, ਉਹਨਾਂ ਨੂੰ ਜਿਹੜਾ ਅੱਗੇ ਲਿਆ ਕੇ ਸਾਡੇ ਪੇਸ਼ ਕਰ ਦਿੱਤਾ ਜਾਂਦਾ, ਉਸ ਤੋਂ ਬਾਅਦ ਦੇ ਵਿੱਚ ਫਿਰ ਉਹਨਾਂ ਦੇ ਖਿਲਾਫ ਇੱਕ ਆਵਾਜ਼ ਜਿਹੜੀ ਹੈ ਲੋਕਾਂ ਦੇ ਵਿੱਚ ਉੱਠ ਕੇ ਸਾਹਮਣੇ ਆਉਂਦੀ ਹੈ ਕਿ ਇਹ ਸਾਨੂੰ ਲੁੱਟ ਕੇ ਖਾ ਗਏ। ਡੈਮੋਕ੍ਰੇਸੀ ਦਾ ਸਭ ਤੋਂ ਵੱਡਾ ਡਰਾਬੈਕ ਹੈ ਕਿ ਅਸੀਂ ਕੀ ਕਰਦੇ ਹਾਂ ਕਿ ਇੱਕ ਵਾਰ ਵੋਟ ਪਾ ਕੇ ਸੌਂ ਜਾਂਦੇ ਹਾਂ ਕਿ ਅਗਲੇ 5 ਸਾਲਾਂ 'ਚ ਫਿਰ ਵੋਟਾਂ ਆਉਣਗੀਆਂ, ਫਿਰ ਬਦਲਾਂਗੇ। IMF ਦੀ ਚੀਫ ਨੇ ਵੀ ਇਹ ਗੱਲ ਕਹੀ ਸੀ ਕਿ ਜੇ ਭਾਰਤ ਵਿੱਚ ਜਿੰਨੇ ਸਾਡੇ ਬਿਲੀਅਨਰ ਬਣੇ ਨੇ, ਜੇ ਉਹਨਾਂ ਦਾ ਇਸ ਮੌਕੇ ਅਸੀਂ ਜੇ ਪਾਵਰਟੀ ਦੇ ਉੱਤੇ ਖਰਚਾ ਕਰਦੇ ਤਾਂ ਅਸੀਂ ਪਾਵਰਟੀ ਬਿਲਕੁਲ ਦੇਸ਼ 'ਚੋਂ ਰਿਮੂਵ ਕਰ ਸਕਦੇ ਸੀ। ਇਸ ਸੰਕਟ ਦੇ ਵਿਚਾਲੇ ਮਾਫੀਏ ਦੀ ਗੱਲ ਕਰੀਏ ਤਾਂ ਮਾਫੀਏ ਦੇ ਰੋਲ ਨੂੰ ਕਿੱਦਾਂ ਲੈਂਦੇ ਹੋ? ਖੇਤੀ ਸੰਕਟ ਜਾਂ ਹੋਰ ਪੰਜਾਬ ਦਾ ਜਿਹੜਾ ਆਰਥਿਕ ਸੰਕਟ ਹੈ ਉਹਦੇ ਉੱਤੇ ਮਾਫੀਆ ਵੀ ਕਿਤੇ ਨਾ ਕਿਤੇ ਭਾਰੂ ਹੈ। ਇਹ ਜਿੰਨੀ ਦੇਰ ਤੱਕ ਯੂਨਿਟੀ ਬਣੀ ਰਹੇਗੀ ਕਿਸਾਨਾਂ ਦੀ ਅਤੇ ਖਾਸ ਤੌਰ 'ਤੇ ਜਿਹੜੇ ਲੋਕਾਂ ਦੀ ਸਪੋਰਟ ਹੈ, ਜੇ ਉਹ ਬਣੀ ਰਹੇਗੀ ਤਾਂ ਮੈਨੂੰ ਲੱਗਦਾ ਕਿ ਇਹ ਸਾਰੇ ਜਿਹੜੇ ਆ ਉਹ ਕਿਸਾਨਾਂ ਦੇ ਸਾਹਮਣੇ ਝੁਕਣਗੇ। ਪ੍ਰੋਫੈਸਰ ਸਾਹਿਬ, ਇਸ ਸਭ ਦੇ ਵਿਚਾਲੇ ਜੇ ਆਪਾਂ ਦੇਖੀਏ, ਜਦੋਂ ਖੁੱਲੀਆਂ ਬਾਹਾਂ ਲੈ ਕੇ ਅਡਾਨੀਆਂ ਤੇ ਅੰਬਾਨੀਆਂ ਦਾ ਪੰਜਾਬ 'ਚ ਸਵਾਗਤ ਕੀਤਾ ਜਾਂਦਾ ਕਿ ਤੁਸੀਂ ਆ ਕੇ ਇੱਥੇ ਆਪਣੇ ਵਪਾਰ ਖੋਲ੍ਹੋ, ਸਾਡੇ ਜਿਹੜੇ ਖਜ਼ਾਨੇ ਉਹ ਭਰੇ ਜਾਣ, ਸਾਡੇ ਨੌਜਵਾਨਾਂ ਨੂੰ ਜਾਂ ਸਾਡੇ ਲੋਕਾਂ ਨੂੰ ਵੱਡੇ ਵੱਡੇ ਸੁਪਨੇ ਦਿਖਾਏ ਜਾਂਦੇ ਨੇ। ਤੁਸੀਂ ਚਾਕਲੇਟ ਵੀ ਖਰੀਦੋ, ਉਹਦੇ ਵਿੱਚ ਕਿੰਨੇ ਇੰਟਰਮੀਡੀਏਟ ਨੇ, ਇੰਡਸਟਰੀਅਲ ਪ੍ਰੋਡਕਟ, ਉਹਨਾਂ ਨੂੰ ਕਿੰਨੇ ਪੈਸੇ ਜਾਂਦੇ ਨੇ। ਮੈਂ ਕੋਈ ਵੀ ਐਸੀ ਪ੍ਰੋਡਕਟ ਮੈਨੂੰ ਗਿਣਾ ਦਿਓ ਜਿਹਦੇ 'ਚ ਕੋਈ ਵੀ ਇੰਟਰਮੀਡੀਏਟ ਨਹੀਂ। ਜਹਾਜ਼ ਖਰੀਦਦੇ ਨੇ, ਉਹਦੇ 'ਚ ਇੰਟਰਮੀਡੀਏਟ ਹੀ ਨੇ। ਦਾਅਵੇ ਨਾਲ ਕਹਿ ਸਕਦਾ ਕਿ ਕੋਈ ਵੀ ਗੈਰ ਕਾਨੂੰਨੀ ਬਿਜ਼ਨਸ ਜਿਹੜਾ ਹੈ ਉਹ ਬਿਨਾਂ ਪੋਲੀਟੀਸ਼ੀਅਨ ਦੀ ਸਪੋਰਟ ਤੋਂ ਨਹੀਂ ਚੱਲ ਸਕਦਾ। ਤੁਸੀਂ ਕਿਸੇ ਵੀ ਆਮ ਆਦਮੀ ਨੂੰ ਜੇ ਉਹ 10 ਰੁਪਏ ਦੀ ਚੋਰੀ ਵੀ ਕਰ ਲੈਂਦਾ, ਉਹਨੂੰ ਫੜ ਕੇ ਪੁਲਿਸ ਕੁੱਟਮਾਰ ਕਰਦੀ ਹੈ, ਉਹਦੇ ਕੋਲ 10 ਰੁਪਏ ਕਢਾ ਲੈਂਦੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਲੋਕਰਾਜ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਆ ਤੁਹਾਡੇ ਨਾਲ ਸੁਖਵਿੰਦਰ ਸਿੰਘ। ਕਿਸਾਨੀ ਸੰਘਰਸ਼ ਦੇ ਉੱਤੇ ਲਗਾਤਾਰ ਚਰਚਾਵਾਂ ਹੋ ਰਹੀਆਂ ਕਿ ਕੇਂਦਰ ਸਰਕਾਰ ਆਪਣੇ ਰਵੱਈਏ ਨੂੰ ਲੈ ਕੇ ਅੜੀਅਲ ਰਵੱਈਆ ਜਿਹੜਾ ਰੁਖ ਅਖਤਿਆਰ ਕੀਤਾ ਹੋਇਆ। ਦੂਜੇ ਪਾਸੇ ਪੰਜਾਬ ਸਰਕਾਰ ਜਿਹੜੀ ਆ ਉਹ ਲਗਾਤਾਰ ਕਿਸਾਨਾਂ ਨੂੰ ਇਹ ਗੱਲ ਕਹਿ ਰਹੀ ਹੈ ਕਿ ਕਿਸਾਨ ਜਿਹੜੇ ਨੇ ਉਹ ਸੰਘਰਸ਼ ਦੇ ਰਾਹ 'ਤੇ ਤੁਰੇ ਹੋਏ ਨੇ, ਤਾਂ ਉਹਨਾਂ ਨੂੰ ਜਿਹੜਾ ਹਰ ਪਾਸੇ ਦਾ ਖਿਆਲ ਰੱਖਣਾ ਚਾਹੀਦਾ, ਜਿਸ ਦੇ ਵਿੱਚ ਕਿਸਾਨੀ ਸੰਘਰਸ਼ ਨੇ ਜੋ ਰੇਲਾਂ ਰੋਕੀਆਂ ਹੋਈਆਂ ਸੀ ਉਹਨਾਂ ਨੂੰ ਲੈ ਕੇ ਵੀ ਕੇਂਦਰ ਸਰਕਾਰ ਦੇ ਨਾਲ ਇੱਕ ਤਰੀਕੇ ਦਾ ਤਕਰਾਰ ਜਿਹੜਾ ਉਹ ਪੰਜਾਬ ਨੂੰ ਇਸ ਦੇ ਵਿਚਾਲੇ ਆਰਥਿਕ ਸੰਕਟ ਝੱਲਣਾ ਪੈ ਰਿਹਾ। ਪਰ ਇਸ ਸਭ ਦੇ ਵਿਚਾਲੇ ਸਵਾਲ ਉੱਠਦਾ ਹੈ ਕਿ ਖੇਤੀ ਸੰਕਟ ਕਦੋਂ ਤੋਂ ਪੰਜਾਬ ਦੇ ਵਿੱਚ ਜਿਹੜਾ ਉਹ ਸਾਹਮਣੇ ਆ ਰਿਹਾ ਹੈ, ਤਾਂ ਦੂਜੇ ਪਾਸੇ ਸਿਆਸੀ ਲੀਡਰਾਂ ਦੇ ਉੱਤੇ ਵੀ ਸਵਾਲ ਉੱਠਦੇ ਨੇ ਕਿ ਕਾਰਪੋਰੇਟ ਘਰਾਣਿਆਂ ਨੂੰ ਲੈ ਕੇ ਇੰਨੀ ਖੁੱਲ੍ਹਦਿਲੀ ਕਿਉਂ ਦਿਖਾਈ ਗਈ, ਪੰਜਾਬ ਦੀ ਆਰਥਿਕਤਾ ਦਾ ਇਹ ਹਸ਼ਰ ਕਿਉਂ ਹੋ ਰਿਹਾ ਪੰਜਾਬ ਦਾ। ਉਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਮੇਰੇ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਅਰਥ ਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਲਖਵਿੰਦਰ ਸਿੰਘ ਗਿੱਲ ਮੌਜੂਦ ਨੇ। ਪ੍ਰੋਫੈਸਰ ਸਾਹਿਬ, ਤੁਹਾਡਾ ਸਵਾਗਤ ਹੈ। ਧੰਨਵਾਦ ਜੀ, ਬਹੁਤ ਬਹੁਤ। ਮੇਰਾ ਵੀ ਜਿਹੜਾ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਔਰ ਜਿਹੜੀ ਗੱਲ ਤੁਸੀਂ ਇਹ ਕਰ ਰਹੇ ਹੋ, ਮੈਨੂੰ ਇਹ ਲੱਗਦਾ ਕਿ ਬਹੁਤ ਹੀ ਸ਼ਲਾਘਾਯੋਗ ਗੱਲ ਹੈ ਕਿ ਪੰਜਾਬ ਦੇ ਜਿਹੜੇ ਕਿਸਾਨਾਂ ਦੇ ਅੱਜ ਕਿਸਾਨੀ ਦੇ ਉੱਤੇ ਸੰਕਟ ਆਇਆ ਹੈ ਔਰ ਉਹ ਐਜੀਟੇਸ਼ਨ ਕਰ ਰਹੇ ਹਨ। ਉਹਨਾਂ ਦੇ ਬਾਰੇ ਤੁਸੀਂ ਜਿਹੜਾ ਇਹ ਪ੍ਰੋਗਰਾਮ ਕਰ ਰਹੇ ਹੋ, ਮੈਨੂੰ ਇਸ ਕਰਕੇ ਚੰਗਾ ਲੱਗਦਾ ਹੈ ਕਿ ਕੋਈ ਨਾ ਕੋਈ ਸਾਨੂੰ ਵਿਚਾਰ ਚਰਚਾ ਇਸ ਪ੍ਰੋਗਰਾਮ ਦੇ ਉੱਤੇ ਇਹਨਾਂ ਦੀ ਐਜੀਟੇਸ਼ਨ ਦੇ ਉੱਤੇ ਜ਼ਰੂਰ ਕਰਨੀ ਚਾਹੀਦੀ ਹੈ। ਜਦੋਂ ਤੁਸੀਂ ਸੰਕਟ ਦੀ ਗੱਲ ਕਰਦੇ ਹੋ, ਖੇਤੀ ਸੰਕਟ ਤਾਂ ਜਿਹੜਾ ਬਹੁਤ ਪੁਰਾਣਾ ਹੈ। ਇਹ ਜਿਹੜਾ ਤੁਸੀਂ ਸਮਝਦੇ ਹੋ ਕਿ ਪੰਜਾਬ ਵਿੱਚ ਜਿਹੜੀ ਖਾੜਕੂ ਲਹਿਰ ਸ਼ੁਰੂ ਹੋਈ ਸੀ, ਉਹ ਵੀ ਅਸੀਂ ਸਮਝਦੇ ਹਾਂ ਕਿ ਉਹ ਖੇਤੀ ਸੰਕਟ ਦਾ ਹੀ ਇੱਕ ਚਿੰਨ੍ਹ ਸੀ। ਅਤੇ ਉਸ ਖੇਤੀ ਸੰਕਟ ਦੇ ਚਿੰਨ੍ਹ ਨੂੰ ਪੋਲੀਟੀਕਲ ਲੀਡਰਸ਼ਿਪ ਨੇ ਇਸ ਤਰੀਕੇ ਨਾਲ ਟਰੀਟ ਕੀਤਾ ਕਿ ਉਹਨੂੰ ਐਕਸਟ੍ਰੀਮਿਸਟ ਮੂਵਮੈਂਟ ਵਿੱਚ ਕਨਵਰਟ ਕੀਤਾ। ਅੱਜ ਵੀ ਜਦੋਂ ਅਸੀਂ ਇਹਦੀ ਗੱਲ ਕਰਦੇ ਹਾਂ ਤਾਂ ਅਸੀਂ ਕਹਿ ਸਕਦੇ ਹਾਂ ਕਿ 1991 ਵਿੱਚ ਜਦੋਂ ਆਧਾਰਵਾਦੀ ਪਾਲਿਸੀਜ਼ ਸਰਕਾਰ ਨੇ, ਸੈਂਟਰ ਗਵਰਨਮੈਂਟ ਨੇ ਲਾਈਆਂ, ਅਤੇ ਉਸ ਸਮੇਂ ਤੋਂ ਜਿਹੜਾ ਸਾਡਾ ਬਹੁਤ ਸਾਰੀਆਂ ਪ੍ਰਾਈਸਿਸ ਪਹਿਲਾਂ ਰੈਗੂਲੇਟਡ ਹੁੰਦੀਆਂ ਸੀ, ਜਿਨ੍ਹਾਂ ਦੇ ਉੱਤੇ ਗਵਰਨਮੈਂਟ ਜਿਹੜੀ ਹੈ ਉਹ ਆਪਣੀ ਸਰਵੇਲੈਂਸ ਰੱਖਦੀ ਸੀ। ਪਰ ਸਮੇਂ ਵਿੱਚ ਉਹਨਾਂ ਦੀ ਰੈਗੂਲੇਸ਼ਨ ਘਟਾਈ, ਜਿਸ ਤਰ੍ਹਾਂ ਕਰਕੇ ਐਗਰੀਕਲਚਰ ਦੀਆਂ ਜਿੰਨੀਆਂ ਵੀ ਇਨਪੁਟਸ ਯੂਜ਼ ਹੁੰਦੀਆਂ ਨੇ ਉਹਨਾਂ ਦੀਆਂ ਪ੍ਰਾਈਸਿਸ ਜਿਹੜੀਆਂ ਉਹ ਫ੍ਰੀ ਹੋ ਗਈਆਂ ਅਤੇ ਉਹ ਹਰ ਸਾਲ ਵੱਧ ਜਾਂਦੀਆਂ ਨੇ। ਅਤੇ ਕਿਸਾਨਾਂ ਦੀ ਜਿਣਸ ਦੇ ਭਾਅ ਜਿਹੜੇ ਨੇ ਉਹਨਾਂ ਦੇ 'ਚ ਵਾਧਾ ਜਿਹੜਾ ਉਹ ਕਈ ਵਾਰ ਰੋਕਿਆ ਜਾਂਦਾ, ਕਈ ਵਾਰ ਇਨਫਲੇਸ਼ਨ ਵੀ ਕਵਰ ਨਹੀਂ ਕਰਦਾ। ਸੋ ਇਸ ਕਰਕੇ ਵਾਧਾ ਜ਼ਿਆਦਾ ਨਾ ਹੋਣ ਕਰਕੇ ਪ੍ਰਾਈਸਿਸ ਦਾ, ਅਤੇ ਇਹਦਾ ਖਾਸ ਤੌਰ 'ਤੇ ਜਿਹੜੀ ਗਵਰਨਮੈਂਟ ਹੈ ਉਹ ਚਾਹੁੰਦੀ ਹੈ
ਕਿ ਮਿਡਲ ਕਲਾਸ ਤੇ ਜਿਹੜੇ ਵਰਕਿੰਗ ਕਲਾਸ ਹੈ ਉਹਨਾਂ ਦੀ ਜੇ ਫੂਡ ਗ੍ਰੇਨ ਦੀ ਪ੍ਰਾਈਸਿਸ ਵੱਧਦੀਆਂ ਨੇ ਤਾਂ ਉਹਨਾਂ ਨੂੰ ਤਨਖਾਹਾਂ ਵੱਧ ਦੇਣੀਆਂ ਪੈਣਗੀਆਂ। ਸੋ ਇਸ ਕਰਕੇ ਜੇ ਅਸੀਂ ਪ੍ਰੋਗਰੈਸ ਕਰਨੀ ਆ ਤੇ ਅਸੀਂ ਕਿਸਾਨਾਂ ਨੂੰ ਘੱਟ ਭਾਅ ਦੇ ਕੇ ਤੇ ਨਾਲ ਹੀ ਪ੍ਰਾਈਸਿਸ ਜਿਹੜੀਆਂ ਸਟੈਬਲਾਈਜ਼ ਕਰਕੇ ਕੰਜ਼ਿਊਮਰ ਨੂੰ ਥੋੜ੍ਹੀਆਂ ਪ੍ਰਾਈਸਿਸ ਦੇ ਕੇ ਤੇ ਅਸੀਂ ਉਹਨਾਂ ਤੋਂ ਕੰਮ ਜ਼ਿਆਦਾ ਲੈ ਕੇ ਤੇ ਸਰਪਲਸ ਜ਼ਿਆਦਾ ਜਨਰੇਟ ਕਰਕੇ ਅੱਗੇ ਇਨਵੈਸਟਮੈਂਟ ਜ਼ਿਆਦਾ ਕਰਕੇ ਤੇ ਜਿਹੜਾ ਸਾਡਾ ਆਰਥਿਕ ਪਰਿਵਰਤਨ ਹੈ ਉਹਨੂੰ ਤੇਜ਼ ਕੀਤਾ ਜਾ ਸਕਦਾ। ਤੋ ਇਸ ਕਰਕੇ ਜਿਹੜਾ ਇਹ 91 ਤੋਂ ਜਦੋਂ ਅਸੀਂ ਉਦਾਰਵਾਦੀਆਂ ਪਾਲਿਸੀਜ਼ ਲਾਈਆਂ ਨੇ ਤਾਂ ਉਸ ਸਮੇਂ ਤੋਂ ਹੀ ਇਹ ਸੰਕਟ ਜਿਹੜਾ ਇਹ ਥੋੜ੍ਹਾ ਸ਼ੁਰੂ ਹੋ ਗਿਆ ਸੀ। ਤੇ ਜਦੋਂ ਅਸੀਂ 2000 ਦੇ ਕਰੀਬ ਆਉਂਦੇ ਹਾਂ ਉਸ ਸਮੇਂ ਜਿਹੜੀਆਂ ਐਗਰੀਕਲਚਰ ਪ੍ਰਾਈਸਿਸ ਫਰੀਜ਼ ਕਰਤੀਆਂ ਸੀ। ਅਭਿਜੀਤ ਸੈਨ ਕਮੇਟੀ ਨੇ ਪ੍ਰਾਈਸਿਸ ਜਦੋਂ ਫਰੀਜ਼ ਕੀਤੀਆਂ ਤਾਂ ਉਸ ਵੇਲੇ ਸੰਕਟ ਬਿਲਕੁਲ ਇੱਕਦਮ ਸਾਹਮਣੇ ਆਇਆ ਤੇ ਸਮਾਲ ਤੇ ਮਾਰਜਨਲ ਫਾਰਮਰਸ ਨੂੰ ਘਾਟਾ ਇੰਨਾ ਪੈ ਗਿਆ ਕਿ ਉਹ ਫਿਰ ਆਪਣਾ ਕਰਜ਼ਾ ਵੱਧ ਗਿਆ, ਕਰਜ਼ਾ ਪੇ ਨਾ ਹੋਇਆ ਤੇ ਉਹਨਾਂ ਨੇ ਸੁਸਾਈਡ ਕਮਿਟ ਕਰਨੇ ਸ਼ੁਰੂ ਕਰਤੇ। ਤੇ ਉਸ ਵੇਲੇ ਸਾਡੇ ਜਿਹੜੇ ਸੁਸਾਈਡ 2000 ਦੇ ਕਰੀਬ ਹੋਂਦ ਵਿੱਚ ਆਏ, ਨਹੀਂ ਤਾਂ ਪਹਿਲਾਂ ਪੈਜੈਂਟਰੀ 'ਚ ਕਿਸਾਨਾਂ 'ਚ ਕਦੀ ਸੁਸਾਈਡ ਕਰਨ ਦੀ ਕੋਈ ਪਿਛਲੇ ਸਮਿਆਂ 'ਚ ਸੰਭਾਵਨਾ ਨਹੀਂ ਸੀ ਜਾਂ ਦੇਖੇ ਨਹੀਂ ਗਏ। ਤੇ ਇਹ ਇੱਥੇ ਨਹੀਂ ਹੋਇਆ, ਸਾਰੇ ਦੇਸ਼ ਵਿੱਚ ਸੁਸਾਈਡ ਜਿਹੜੇ ਆ ਕਰਨਾਟਕ 'ਚ ਵੀ ਹੋਏ, ਆਂਧਰਾ ਪ੍ਰਦੇਸ਼ 'ਚ ਵੀ ਹੋਏ, ਕੇਰਲ ਵਿੱਚ ਵੀ ਹੋਏ, ਮਹਾਰਾਸ਼ਟਰ ਵਿੱਚ ਵੀ ਹੋਏ ਤੇ ਹੁਣ ਉਸ ਤੋਂ ਬਾਅਦ ਲਗਾਤਾਰ ਚੱਲਦੇ ਆ ਰਹੇ ਆ। ਪੰਜਾਬ ਵਿੱਚ ਵੀ ਤੁਸੀਂ ਦੇਖਣਾ ਕਿ ਲਗਾਤਾਰ ਜਿਹੜਾ ਸਾਨੂੰ ਖਬਰ ਆਉਂਦੀ ਰਹਿੰਦੀ ਹੈ ਕਿ ਅੱਜ 1 ਨੇ 2 ਨੇ ਜਾਂ 3 ਨੇ, ਐਵਰੇਜ 3 ਤੱਕ ਵੀ ਚਲੀ ਜਾਂਦੀ ਹੈ ਜਿਹੜੇ ਕਿਸਾਨਾਂ ਦੇ ਸੁਸਾਈਡ ਕਮਿਟ ਹੁੰਦੇ ਨੇ। ਈਵਨ ਲੇਬਰ ਨੇ ਵੀ ਸੁਸਾਈਡ ਕਮਿਟ ਕਰਨੇ ਸ਼ੁਰੂ ਕਰਤੇ ਕਿਉਂਕਿ ਉਹਨਾਂ ਨੂੰ ਵੀ ਇਹਨਾਂ ਪਾਲਿਸੀਜ਼ ਨੇ ਇਫੈਕਟ ਬਹੁਤ ਕੀਤਾ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜਾ ਇੱਕ ਖਾਸ ਬਦਲਾਅ ਹੋਇਆ ਹੈ ਜਿਹੜਾ ਸਾਨੂੰ ਨੋਟ ਕਰਨਾ ਚਾਹੀਦਾ ਕਿ ਇਸ ਸਮੇਂ 'ਚ ਜਿਹੜੀ ਸਾਡੀ ਰਾਜਨੀਤਿਕ ਲੀਡਰਸ਼ਿਪ ਹੈ ਉਹਦਾ ਰੁਝਾਨ ਤੁਸੀਂ ਦੇਖੋਗੇ ਕਿ USA ਵਿੱਚ ਵੀ ਜਿਹੜਾ ਉਦਯੋਗਪਤੀ ਹੈ, ਬਿਜ਼ਨਸਮੈਨ ਹੈ, ਉਹ ਪ੍ਰੈਜ਼ੀਡੈਂਟ ਬਣੇ ਨੂੰ 4 ਸਾਲ ਹੋ ਗਏ ਨੇ ਤੇ ਫਿਰ ਉਹ ਰੀ-ਇਲੈਕਸ਼ਨ ਜਿਹੜੀ ਉਹ ਲੜ ਰਿਹਾ ਤੇ ਉਹਨੇ ਵੀ ਜਿੱਦਾਂ ਦੀਆਂ ਪਾਲਿਸੀਜ਼ ਲੈ ਕੇ ਆਉਂਦੀਆਂ ਨੇ ਉਹ ਇੱਦਾਂ ਦੀਆਂ ਪਾਲਿਸੀ ਨੇ ਕਿ ਬਿਜ਼ਨਸ ਨੂੰ ਬਹੁਤ ਫਾਇਦਾ ਹੋ ਜੇ, ਆਮ ਬੰਦਾ ਜਿਹੜਾ ਉਹਦਾ ਪੀੜਿਆ ਜਾਏ। ਸਾਡੇ ਵੀ ਲਗਭਗ ਉਸੇ ਕਿਸਮ ਦੀ ਮੂਵਮੈਂਟ ਹੈ, ਉਹਨੇ ਵੱਡੇ ਲੈਵਲ 'ਤੇ ਨਹੀਂ ਪਰ ਇਹਨੂੰ ਵੱਡੇ ਲੈਵਲ 'ਤੇ ਵੀ ਕਹਿ ਸਕਦੇ ਹਾਂ ਕਿਉਂਕਿ ਸਾਡਾ ਜਿਹੜਾ ਇਕੋਨਮੀ ਦੇ ਆਕਾਰ ਦੇ ਹਿਸਾਬ ਨਾਲ ਇਹਨਾਂ ਨੇ ਵੀ ਤੁਸੀਂ ਦੇਖੋ ਕਿ ਪੰਜਾਬ ਵਿੱਚ ਜਿਹੜਾ ਪੋਲੀਟੀਸ਼ੀਅਨ ਹੈ ਉਹਦੀ ਜਿਹੜੀ ਐਸੈਟਸ ਨੇ, ਇਨਕਮ ਹੈ ਉਹ ਬਹੁਤ ਵੱਧ ਗਈ ਹੈ, ਪੰਜਾਬ ਦੇ ਆਮ ਲੋਕਾਂ ਦੀ ਨਹੀਂ ਵੱਧਦੀ। ਡਾਕਟਰ ਸਾਹਿਬ ਮੈਂ ਪ੍ਰੋਫੈਸਰ ਸਾਹਿਬ ਉਸੇ ਸਵਾਲ ਤੇ ਆਉਣਾ ਸੀ ਕਿ ਇਸ ਸਭ ਦੇ ਵਿਚਾਲੇ ਜਦੋਂ ਖੇਤੀ ਸੰਕਟ ਦੀ ਆਪਾਂ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਲੋਕਾਂ ਦਾ ਨਿਸ਼ਾਨਾ ਲੀਡਰ ਹੋ ਜਾਂਦੇ ਨੇ। ਸਾਡੀ ਪੰਜਾਬ ਦੀ ਲੀਡਰਸ਼ਿਪ ਨੂੰ ਲੈ ਕੇ ਤੁਸੀਂ ਦੇਖਿਆ ਪਿਛਲੇ ਸਮਿਆਂ ਦੇ ਵਿੱਚ ਵੀ ਘਰਾਂ ਦੇ ਘਿਰਾਓ, ਉਹਨਾਂ ਨੂੰ ਘੇਰਨਾ, ਲੀਡਰਾਂ ਨੂੰ ਕਿਤੇ ਨਾ ਕਿਤੇ ਘੇਰ ਲੈਣਾ। ਇਸ ਸਭ ਦੇ ਵਿਚਾਲੇ ਤੁਸੀਂ ਲੀਡਰਾਂ ਦੇ ਰੋਲ ਨੂੰ ਕਿਸ ਤਰ੍ਹਾਂ ਮੰਨਦੇ ਹੋ ਕਿ ਕਿਸ ਤਰ੍ਹਾਂ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਉਹ ਬੜਾਵਾ ਦਿੱਤਾ ਜਾਂਦਾ, ਉਹਨਾਂ ਨੂੰ ਜਿਹੜਾ ਅੱਗੇ ਲਿਆ ਕੇ ਸਾਡੇ ਪੇਸ਼ ਕਰ ਦਿੱਤਾ ਜਾਂਦਾ, ਉਸ ਤੋਂ ਬਾਅਦ ਦੇ ਵਿੱਚ ਫਿਰ ਉਹਨਾਂ ਦੇ ਖਿਲਾਫ ਇੱਕ ਆਵਾਜ਼ ਜਿਹੜੀ ਹੈ ਲੋਕਾਂ ਦੇ ਵਿੱਚ ਉੱਠ ਕੇ ਸਾਹਮਣੇ ਆਉਂਦੀ ਹੈ ਕਿ ਇਹ ਸਾਨੂੰ ਲੁੱਟ ਕੇ ਖਾ ਗਏ। ਤੁਸੀਂ ਬਿਲਕੁਲ ਜਿਹੜਾ ਠੀਕ ਸਵਾਲ ਕੀਤਾ ਹੈ ਕਿਉਂਕਿ ਮੈਂ ਜਿਹੜਾ ਇਸ਼ਾਰਾ ਕੀਤਾ ਸੀ ਕਿ 1991 ਤੋਂ ਹੁਣ ਤੱਕ ਜਿਹੜੀ ਉਦਾਰਵਾਦੀ ਪਾਲਿਸੀ ਲੈ ਕੇ ਆਏ ਨੇ ਉਹਦੇ ਵਿੱਚ ਸਾਡਾ ਜਿਹੜਾ ਪੋਲੀਟੀਸ਼ੀਅਨ ਹੈ ਇਹਨੇ ਇੱਕ ਗੱਲ ਬਹੁਤ ਅੱਛੇ ਤਰੀਕੇ ਨਾਲ ਸਿੱਖ ਲਈ ਹੈ ਕਿ ਇਹ ਬਹੁਤ ਚੰਗਾ ਮੌਕਾ ਹੈ ਆਪਣੇ ਪਰਿਵਾਰ ਦੇ ਬਿਜ਼ਨਸ ਜਿਹੜੇ ਆ ਉਹਨਾਂ ਨੂੰ ਵਧਾਉਣ ਵਾਸਤੇ ਕਿਉਂਕਿ ਜਿਹੜੀ ਇਹ ਪ੍ਰਾਈਵੇਟਾਈਜੇਸ਼ਨ ਹੁੰਦੀ ਹੈ ਇਹਦੇ ਨਾਲ ਬਹੁਤ ਸਾਰੇ ਜਿਹੜੇ ਅਦਾਰੇ ਨੇ ਸਰਕਾਰੀ ਉਹਨਾਂ ਨੂੰ ਜਾਂ ਤਾਂ ਵੇਚਿਆ ਜਾਂਦਾ, ਜੋ ਜ਼ਮੀਨਾਂ ਸਾਡੀਆਂ ਜਿਹੜੀਆਂ ਨੇ ਸਰਕਾਰੀ ਨੇ ਜਾਂ ਸ਼ਾਮਲਾਟ ਨੇ ਉਹਨਾਂ ਨੂੰ ਵੇਚਿਆ ਜਾਂਦਾ ਤੇ ਇਹ ਸਾਰੇ ਦਾ ਸਾਰਾ ਜਿਹੜਾ ਫਾਇਦਾ ਹੈ ਇਹਨਾਂ ਦੇ ਪੋਲੀਟੀਸ਼ੀਅਨ ਦੇ ਆਪਣੇ ਜਿਹੜੇ ਬੱਚੇ ਨੇ, ਰਿਸ਼ਤੇਦਾਰ ਨੇ, ਜਿਹੜੀਆਂ ਨਜ਼ਦੀਕੀ ਫੈਮਲੀਜ਼ ਨੇ ਉਹ ਇਸ ਬਿਜ਼ਨਸ ਨੂੰ ਆਪਣਾ ਵਧਾਉਣ 'ਚ ਕਾਮਯਾਬ ਹੁੰਦੀਆਂ ਨੇ। ਤੁਸੀਂ ਦੇਖ ਲਓ ਕਿ ਜੇ ਟਰਾਂਸਪੋਰਟ ਦੀ ਗੱਲ ਕਰੀਏ ਤਾਂ ਪ੍ਰਾਈਵੇਟ ਬੱਸਾਂ ਦੀ ਦੇਖ ਲਓ, ਪੰਜਾਬ ਵਿੱਚ ਜਿਹੜੀਆਂ AC ਬੱਸਾਂ ਨੇ ਉਹਨਾਂ ਦਾ ਪਰ ਕਿਲੋਮੀਟਰ ਟੈਕਸ ਘੱਟ ਹੈ ਅਤੇ ਜਿਹੜੀ ਦੂਜੀ ਆਰਡੀਨਰੀ ਪੈਸੰਜਰ ਬੱਸ ਹੈ ਉਹਦਾ ਟੈਕਸ ਜ਼ਿਆਦਾ ਹੈ। ਤੋ ਇਸ ਕਰਕੇ ਪ੍ਰਾਈਵੇਟ ਬੱਸਾਂ ਕਿਹਨਾਂ ਦੀਆਂ ਨੇ ਇਹ ਤਾਂ ਆਪਾਂ ਨੂੰ ਪਤਾ ਹੀ ਹੈ, ਪੰਜਾਬ ਦੇ ਪੋਲੀਟੀਸ਼ੀਅਨ ਦੀਆਂ ਬੱਸਾਂ ਨੇ। ਸੋ ਇਸੇ ਤਰ੍ਹਾਂ ਹੀ ਜਿੰਨੇ ਵੀ ਬਿਜ਼ਨਸ ਨੇ ਉਹਨਾਂ ਦੇ ਵਿੱਚ ਪੋਲੀਟੀਸ਼ੀਅਨ ਜਿਹੜੇ ਨੇ ਉਹਨਾਂ ਦਾ ਜਾਂ ਸਿੱਧੇ ਤੌਰ 'ਤੇ ਹਿੱਸਾ ਜਾਂ ਅਸਿੱਧੇ ਤੌਰ 'ਤੇ ਹਿੱਸਾ
ਤੋ ਉਹ ਕੀ ਕਰਦੇ ਨੇ ਕਿ ਜਿਹੜੇ ਹੋਰ ਬਾਹਰੋਂ ਵੀ ਸਾਡੇ ਨਾਲ ਇੱਥੇ ਆਣ ਕੇ ਵਪਾਰ ਕਰਦੇ ਨੇ, ਉਹਨਾਂ ਨੂੰ ਇਹ ਹਰ ਕਿਸਮ ਦੀ ਪਾਲਿਸੀ ਉਹ ਲਾਉਂਦੇ ਜਿਹੜੇ ਉਹਨਾਂ ਨੂੰ ਫੈਸਿਲੀਟੇਟ ਕੀਤਾ ਜਾ ਸਕੇ। ਤੋ ਇਹਦੇ ਨਾਲ ਆਮ ਆਦਮੀ ਜਿਹੜਾ ਹੈ, ਜੋ ਕੰਮ ਕਰਦਾ ਹੈ, ਰੁਜ਼ਗਾਰ ਕਰਦਾ ਹੈ, ਉਹਨੂੰ ਫਾਇਦੇ ਦੀ ਬਜਾਏ ਉਹਨੂੰ ਘਾਟਾ ਪੈਂਦਾ, ਅਤੇ ਇਹ ਉਹਨਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਹਰ ਕਿਸਮ ਦਾ ਕਾਨੂੰਨ ਬਣਾਉਂਦੇ ਨੇ। ਅਤੇ ਵੋਟ ਤਾਂ ਆਮ ਲੋਕਾਂ ਦੀ ਲੈਂਦੇ ਨੇ, ਪਰ ਫਾਇਦੇ ਜਿਹੜੇ ਨੇ ਉਹ ਬਿਜ਼ਨਸ ਕਲਾਸ ਨੂੰ ਕਰਦੇ ਨੇ। ਸੋ ਇਸ ਕਰਕੇ ਜਿਹੜਾ ਹੈ, ਜੇ ਸਾਡੇ ਕ੍ਰਾਈਸਿਸ ਦਾ ਓਰੀਜਨ ਵੀ ਪੋਲੀਟੀਸ਼ੀਅਨ ਨੇ ਅਤੇ ਇਹ ਹੱਲ ਵੀ ਪੋਲੀਟੀਸ਼ੀਅਨ ਨੇ। ਸੋ ਹੱਲ ਡਾਕਟਰ ਸਾਹਿਬ, ਹੱਲ ਕਿਸ ਤਰ੍ਹਾਂ ਪੋਲੀਟੀਸ਼ੀਅਨ ਹੱਲ ਕਿੱਦਾਂ ਕਰ ਸਕਦੇ? ਹੱਲ ਇਹੀ ਹੈ ਕਿ ਜਦੋਂ ਉਹ ਇਲੈਕਟ ਹੋ ਕੇ ਸਰਕਾਰ 'ਚ ਬੈਠੇ ਨੇ ਤਾਂ ਪਾਲਿਸੀ ਉਹਨਾਂ ਨੇ ਹੀ ਬਣਾਉਣੀ ਆ। ਅੱਜ ਉਹ ਬਿਜ਼ਨਸ ਵਾਲਿਆਂ ਦੇ ਹੱਕ 'ਚ ਪਾਲਿਸੀ ਬਣਾਉਂਦੇ ਆ, ਚਾਹੇ ਉਹ ਕਾਰਪੋਰੇਟ ਬਿਜ਼ਨਸ ਹੋਵੇ, ਚਾਹੇ ਲੋਕਲ ਬਿਜ਼ਨਸ ਹੋਵੇ, ਚਾਹੇ ਉਹ ਮਲਟੀਨੈਸ਼ਨਲ ਬਿਜ਼ਨਸ ਹੋਵੇ। ਸੋ ਇਸ ਕਰਕੇ ਇਹ ਪਾਲਿਸੀਜ਼ ਇਹ ਉਹਨਾਂ ਦੇ ਹੱਕ 'ਚ ਬਣਾਉਂਦੇ ਨੇ। ਇਹ ਸਾਡੇ ਡੈਮੋਕ੍ਰੇਸੀ ਦਾ ਸਭ ਤੋਂ ਵੱਡਾ ਡਰਾਬੈਕ ਹੈ ਕਿ ਅਸੀਂ ਕੀ ਕਰਦੇ ਹਾਂ ਕਿ ਇੱਕ ਵਾਰ ਵੋਟ ਪਾ ਕੇ ਸੌਂ ਜਾਂਦੇ ਹਾਂ ਕਿ ਅਗਲੇ 5 ਸਾਲਾਂ 'ਚ ਫਿਰ ਵੋਟਾਂ ਆਉਣਗੀਆਂ, ਫਿਰ ਬਦਲਾਂਗੇ। ਜਦ ਕਿ ਮੈਂ ਦੇਖਿਆ ਕਿ ਹੋਰ ਬਹੁਤ ਸਾਰੇ ਕੰਟਰੀਜ਼ ਵਿੱਚ ਜੇ ਕਿਤੇ ਪੋਲੀਟੀਸ਼ੀਅਨ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕਰਦੇ, ਜਾਂ ਲੋਕਾਂ ਦੇ ਇੰਟਰਸਟ ਦੀ ਬਜਾਏ ਆਪਣੇ ਸੈਲਫ ਇੰਟਰਸਟ ਨੂੰ ਪ੍ਰਮੋਟ ਕਰਦੇ ਆ, ਤਾਂ ਉਹਨਾਂ ਨੂੰ ਇੰਪੀਚ ਵੀ ਕਰਦੇ ਨੇ, ਉਹਨਾਂ ਨੂੰ ਜੇਲ੍ਹਾਂ ਵਿੱਚ ਵੀ ਭੇਜਦੇ ਨੇ, ਲੋਕ ਇਕੱਠੇ ਹੋ ਜਾਂਦੇ ਨੇ। ਸਾਡੀ ਇੱਕ ਇਹੋ ਜਿਹੀ ਸੁਸਤ ਡੈਮੋਕ੍ਰੇਸੀ ਮੈਂ ਕਹਾਂਗਾ ਕਿ ਜਿਹਦੇ ਵਿੱਚ ਲੋਕ ਸਮਝਦੇ ਨੇ ਅਸੀਂ ਵੋਟ ਪਾਤੀ ਆ ਅਤੇ ਹੁਣ ਇਹ ਆਪੇ ਕਰਨਗੇ। ਉਹ ਕੀ ਕਰਦੇ ਨੇ ਕਿ 5 ਸਾਲ ਪੂਰਾ ਪਾਲਿਸੀ ਜਿਹੜੀਆਂ ਨੇ ਉਹ ਕਾਰਪੋਰੇਟ, ਮਲਟੀਨੈਸ਼ਨਲ ਅਤੇ ਲੋਕਲ ਬਿਜ਼ਨਸ ਦੇ ਹੱਕ 'ਚ ਕਰਦੇ ਆ, ਅਤੇ ਆਮ ਜਨਤਾ ਦੀਆਂ ਜਿਹੜੀਆਂ ਮਜਬੂਰੀਆਂ ਨੇ ਉਹਨਾਂ ਨੂੰ ਦੇਖਦੇ ਨਹੀਂ, ਉਹਨਾਂ ਦੇ ਉੱਤੇ ਕੋਈ ਵੀ ਕਿਸੇ ਕਿਸਮ ਦਾ ਐਕਟ ਨਹੀਂ ਕਰਦੇ। ਜੇ ਕੋਈ ਪਾਲਿਸੀ ਬਣ ਵੀ ਜਾਂਦੀ ਉਹਨੂੰ ਇੰਪਲੀਮੈਂਟ ਹੀ ਨਹੀਂ ਕਰਦੇ। ਸੋ ਇਸ ਕਰਕੇ ਇਹ ਜਿਹੜਾ ਪੰਜਾਬ ਦੀ ਕਿਸਾਨੀ ਦਾ ਇਸ ਵੇਲੇ ਐਜੀਟੇਸ਼ਨ ਚੱਲ ਰਹੀ ਆ, ਮੈਂ ਸਮਝਦਾ ਕਿ ਪਹਿਲੀ ਵਾਰ ਬਹੁਤ ਚੰਗਾ ਸਟੈਪ ਲੀਡਰਸ਼ਿਪ, ਜਿਹੜੀ ਕਿਸਾਨਾਂ ਦੀ ਲੀਡਰਸ਼ਿਪ ਵਧਾਈ ਦੀ ਪਾਤਰ, ਉਹਨਾਂ ਨੇ ਇੱਕ ਚੰਗਾ ਸਟੈਪ ਲਿਆ ਹੈ ਕਿ ਉਹਨਾਂ ਨੇ ਆਪਣਾ ਨਿਸ਼ਾਨਾ ਜਿਹੜਾ ਹੈ ਉਹ ਪੋਲੀਟੀਸ਼ੀਅਨ ਨੂੰ ਬਣਾਇਆ ਹੈ। ਇਹ ਪਹਿਲੀ ਵਾਰ ਹੋਇਆ ਹੈ, ਕਿਉਂਕਿ ਤੁਸੀਂ ਇਹ ਦੇਖੋ ਕਿ ਇਹਦਾ ਸਿੱਟਾ ਇਹ ਹੋਇਆ ਕਿ ਜਦੋਂ ਬਾਦਲਾਂ ਨੂੰ ਘੇਰਿਆ ਤਾਂ ਬਾਦਲ ਜਿਹੜੇ ਨੇ ਉਹ ਸੈਂਟਰ ਗਵਰਨਮੈਂਟ 'ਚੋਂ ਬਾਹਰ ਨਿਕਲ ਕੇ ਆਏ। ਜਦੋਂ ਉਹਨਾਂ ਨੇ ਕਾਂਗਰਸ ਨੂੰ ਘੇਰਿਆ ਅਤੇ ਉਹਨਾਂ ਨੂੰ ਅਸੈਂਬਲੀ 'ਚ 3 ਜਿਹੜੇ ਕਾਨੂੰਨ ਪਾਸ ਕਰਨੇ ਪਏ। ਇਸੇ ਤਰ੍ਹਾਂ ਹੀ ਉਹਨਾਂ ਨੂੰ ਹੁਣ ਬੀਜੇਪੀ ਦੇ ਜਿਹੜੇ ਕਾਰਕੁਨ ਨੇ ਉਹਨਾਂ ਨੂੰ ਘੇਰਦੇ ਨੇ, ਜਿਹੜੇ ਵੱਡੇ ਵੱਡੇ ਕਾਰਪੋਰੇਟ ਦੇ ਬਿਜ਼ਨਸ ਨੂੰ ਘੇਰਦੇ ਨੇ। ਅਤੇ ਮੈਨੂੰ ਲੱਗਦਾ ਕਿ ਇਹ ਸਹੀ ਦਿਸ਼ਾ ਵੱਲ ਪਹਿਲੀ ਵਾਰ ਇੱਕ ਕਦਮ ਹੈ ਕਿਸਾਨਾਂ ਦਾ। ਇਹ ਕਿੱਥੋਂ ਤੱਕ ਸਕਸੀਡ ਹੋਏਗਾ? ਇਹ ਜਿੰਨੀ ਦੇਰ ਤੱਕ ਯੂਨਿਟੀ ਬਣੀ ਰਹੇਗੀ ਕਿਸਾਨਾਂ ਦੀ, ਅਤੇ ਖ਼ਾਸ ਤੌਰ 'ਤੇ ਜਿਹੜੇ ਲੋਕਾਂ ਦੀ ਸਪੋਰਟ ਹੈ, ਜੇ ਉਹ ਬਣੀ ਰਹੇਗੀ ਤਾਂ ਮੈਨੂੰ ਲੱਗਦਾ ਕਿ ਇਹ ਸਾਰੇ ਜਿਹੜੇ ਆ ਉਹ ਕਿਸਾਨਾਂ ਦੇ ਸਾਹਮਣੇ ਝੁਕਣਗੇ। ਪਰ ਜੇ ਇਹ ਯੂਨਿਟੀ ਨਹੀਂ ਰਹੇਗੀ ਤਾਂ ਫਿਰ ਕਿਸਾਨ ਜਿਹੜੇ ਨੇ ਉਹਨਾਂ ਦੀ ਐਜੀਟੇਸ਼ਨ ਫਿਜ਼ਲ ਆਊਟ ਹੋ ਸਕਦੀ ਹੈ। ਪਰ ਮੈਨੂੰ ਲੱਗਦਾ ਕਿ ਹੁਣ ਤੱਕ ਇਹਨਾਂ ਨੇ ਜੋ ਕੀਤਾ ਹੈ ਉਹ ਬਹੁਤ ਸਹੀ ਤਰੀਕੇ ਨਾਲ ਇਹਨਾਂ ਨੇ ਮੈਨੇਜ ਕੀਤਾ ਹੈ। ਪਰ ਮੈਨੂੰ ਲੱਗਦਾ ਕਿ ਮੈਂ ਵਧਾਈ ਦਿੰਦਾ ਪੰਜਾਬ ਦੇ ਲੋਕਾਂ ਨੂੰ, ਜਿਨ੍ਹਾਂ ਨੇ, ਬੱਚਿਆਂ ਨੇ, ਜਵਾਨ ਲੋਕਾਂ ਨੇ, ਬਜ਼ੁਰਗਾਂ ਨੇ, ਜਿਹੜੇ ਲੋਕ ਆਪਣੀਆਂ ਨੌਕਰੀਆਂ ਕਰਦੇ ਉਹਨਾਂ ਨੇ, ਇੰਟਲੈਕਚੁਅਲਸ ਨੇ, ਜਿਵੇਂ ਪੰਜਾਬੀ ਯੂਨੀਵਰਸਿਟੀ ਤੋਂ ਡੈਮੋਕ੍ਰੈਟਿਕ ਟੀਚਰ ਫਰੰਟ 'ਚ ਜਿਸ 'ਚ ਮੈਂ ਵੀ ਸ਼ਾਮਲ ਹਾਂ। ਅਸੀਂ ਇੱਕ ਸਟੇਟਮੈਂਟ ਦਿੱਤੀ ਹੈ ਕਿਸਾਨਾਂ ਦੇ ਹੱਕ 'ਚ ਕਿ ਇਹਨਾਂ ਦੀ ਜਿਹੜੀ ਐਜੀਟੇਸ਼ਨ ਹੈ ਅਸੀਂ ਇਹਨਾਂ ਨੂੰ ਸਪੋਰਟ ਕਰਦੇ ਹਾਂ, ਕਿਉਂਕਿ ਇਹ ਸਹੀ ਦਿਸ਼ਾ ਵੱਲ ਇੱਕ ਕਦਮ ਲੈ ਕੇ ਚੱਲ ਰਹੇ ਨੇ। ਔਰ ਇਹਦੇ ਨਾਲ ਪੰਜਾਬ ਦੇ ਕਿਸਾਨਾਂ ਦਾ ਹੀ ਨਹੀਂ, ਪੰਜਾਬ ਦੇ ਆਉਣ ਵਾਲੇ ਭਵਿੱਖ ਦਾ ਵੀ ਫਾਇਦਾ ਹੋ ਸਕਦਾ, ਕਿਉਂਕਿ ਸਾਡਾ ਜਿਹੜਾ ਪੋਲੀਟੀਸ਼ੀਅਨ ਹੈ ਉਹ ਪੰਜਾਬ ਦੇ ਹਿੱਤਾਂ ਨੂੰ ਬਿਲਕੁਲ ਨਹੀਂ ਦੇਖਦਾ। ਉਹ ਮੈਂ ਤੁਹਾਨੂੰ ਇਹ ਦੱਸਾਂਗਾ ਕਿ ਪੰਜਾਬ ਦੇ ਹਿੱਤਾਂ 'ਚ ਪਹਿਲਾਂ ਜ਼ਰੂਰ ਅਕਾਲੀ ਦਲ ਜਿਹੜਾ ਉਹ ਹਾਂ ਦਾ ਨਾਅਰਾ ਮਾਰਦਾ ਸੀ, ਪਰ ਜਦੋਂ ਦਾ ਉਹ ਬੀਜੇਪੀ ਨਾਲ ਸੈਂਟਰਲਾਈਜੇਸ਼ਨ ਵਾਲੀ ਪਾਲਿਸੀ ਨਾਲ ਪਾਰਟੀ 'ਚ ਸ਼ਾਮਲ ਹੋਇਆ, ਉਦੋਂ ਤੋਂ ਬਾਅਦ ਇਹਨਾਂ ਨੇ ਜੋ ਮਤਲਬ ਸੈਂਟਰਲਾਈਜੇਸ਼ਨ ਡੀਸੈਂਟਰਲਾਈਜੇਸ਼ਨ ਦੀ ਬਜਾਏ ਸੈਂਟਰਲਾਈਜੇਸ਼ਨ ਹੋਈ, ਉਹਦੇ ਵਿੱਚ ਹਰ ਥਾਂ ਹਸਤਾਖਰ ਕੀਤੇ। ਔਰ ਉਹਦੇ ਨਾਲ ਪੰਜਾਬ ਨੂੰ ਬਹੁਤ ਵੱਡਾ ਜਿਹੜਾ ਉਹ ਧੱਕਾ ਲੱਗਿਆ, ਜਿਹਦੇ 'ਚ ਖਾਸ ਤੌਰ 'ਤੇ ਪਾਣੀਆਂ ਦਾ ਮਸਲਾ ਵੀ ਹੈ, ਲੈਂਗੁਏਜ ਦਾ ਮਸਲਾ ਵੀ ਹੈ, ਕਿਸਾਨੀ ਦੇ ਮਸਲੇ ਵੀ ਉਹਦੇ ਨਾਲ ਜੁੜੇ ਹੋਏ ਨੇ, ਇਕੋਨਮੀ ਦੇ ਮਸਲੇ ਵੀ ਜੁੜੇ ਹੋਏ ਨੇ। ਬਹੁਤ ਸਾਰਾ ਕਰਜ਼ਾ ਜਿਹੜਾ ਹੈ ਪੰਜਾਬ ਦੇ ਸਿਰ, ਜਿਹੜਾ 84 ਤੋਂ ਬਾਅਦ ਸਾਡੇ ਇੱਥੇ ਮੂਵਮੈਂਟ ਲਹਿਰ ਆਈ ਸੀ, ਔਰ ਜਿਹੜਾ ਵੀ ਪੈਰਾਮਿਲਟਰੀ ਫੋਰਸਿਸ ਦਾ ਜਿਹੜਾ ਸਾਰਾ ਕਰਜ਼ਾ ਚੜ੍ਹਿਆ, ਉਸ ਸਮੇਂ ਖਰਚਾ ਸੀ,
ਤੇ ਪਲੱਸ ਸਾਡੇ ਕੋਲ ਜਿਹੜਾ ਇੱਥੇ ਟੈਕਸ ਸਿਸਟਮ ਸੀ, ਹੋਰ ਇੰਸਟੀਟਿਊਸ਼ਨਲ ਸਿਸਟਮ ਸੀ, ਉਹ ਤੈਸ਼-ਨੈਸ਼ ਹੋ ਗਿਆ। ਉਹਨੂੰ ਅਸੀਂ ਦੁਬਾਰਾ ਰੀਸਟਰਕਟ, ਅਜੇ ਤੱਕ ਸਾਡੇ ਪੋਲੀਟੀਸ਼ੀਅਨ ਨੇ 20-25 ਸਾਲ ਤੋਂ ਰਾਜ ਫਿਰ ਕਰ ਰਹੇ ਨੇ, ਪਰ ਇਹਨਾਂ ਨੇ ਦੁਬਾਰਾ ਕੋਸ਼ਿਸ਼ ਨਹੀਂ ਕੀਤੀ ਕਿ ਸਾਡੀ ਜਿਹੜੀ ਸਕੂਲੀ ਐਜੂਕੇਸ਼ਨ ਖਰਾਬ ਹੋਈ, ਕਾਲਜ ਦੀ ਐਜੂਕੇਸ਼ਨ ਖਰਾਬ ਹੋਈ, ਅੱਜ ਯੂਨੀਵਰਸਿਟੀ ਵੀ ਕ੍ਰਾਈਸਿਸ 'ਚ ਹੈ, ਇਹਨਾਂ ਵੱਲ ਕੋਈ ਧਿਆਨ ਨਹੀਂ ਦਿੰਦੇ। ਪ੍ਰੋਫੈਸਰ ਸਾਹਿਬ, ਜੇ ਆਪਾਂ ਇਸ ਸੰਕਟ ਦੇ ਵਿਚਾਲੇ ਮਾਫੀਏ ਦੀ ਗੱਲ ਕਰੀਏ ਤਾਂ ਮਾਫੀਏ ਦੇ ਰੋਲ ਨੂੰ ਕਿੱਦਾਂ ਲੈਂਦੇ ਹੋ? ਖੇਤੀ ਸੰਕਟ ਜਾਂ ਹੋਰ ਪੰਜਾਬ ਦਾ ਜਿਹੜਾ ਆਰਥਿਕ ਸੰਕਟ ਹੈ ਉਹਦੇ ਉੱਤੇ ਮਾਫੀਆ ਵੀ ਕਿਤੇ ਨਾ ਕਿਤੇ ਭਾਰੂ ਹੈ। ਸਿੱਧੇ ਤੌਰ ਤੇ ਜਿਹੜਾ ਸਾਫ਼ ਦਿਖਦਾ ਹੈ ਕਿ ਜਦੋਂ ਹੁਣ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਤਾਂ ਕਿਸਾਨਾਂ ਨੇ ਟੋਲ ਪਲਾਜ਼ਿਆਂ ਦੇ ਉੱਤੇ ਉਹ ਟਰੱਕ ਫੜੇ ਜਿਹੜੇ ਪਹਿਲਾਂ ਵੀ ਪੰਜਾਬ ਦੇ ਵਿੱਚ ਚੱਲਦੇ ਹੋਣੇ, ਪਹਿਲਾਂ ਵੀ ਆਉਂਦੇ ਹੋਣੇ, ਕਿਸੇ ਨੇ ਧਿਆਨ ਤੱਕ ਨਹੀਂ ਦਿੱਤਾ। ਇਹਨੂੰ ਸਾਰੀ ਨੂੰ ਮਿਲੀ ਭੁਗਤ ਨੂੰ ਸਿਆਸੀ ਤੌਰ ਤੇ ਕਿੱਦਾਂ ਦੇਖਦੇ ਆ ਕਿ ਸਿਆਸਤ ਦੇ ਵਿੱਚ ਕਿਸ ਤਰ੍ਹਾਂ ਇਹ ਚੀਜ਼ਾਂ ਨੂੰ ਪੁਸ਼ਤ ਪਨਾਹੀ ਦਿੱਤੀ ਜਾਂਦੀ ਹੈ? ਮੈਂ ਇਹ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਕੋਈ ਵੀ ਗੈਰ ਕਾਨੂੰਨੀ ਬਿਜ਼ਨਸ ਜਿਹੜਾ ਹੈ ਉਹ ਬਿਨਾਂ ਪੋਲੀਟੀਸ਼ੀਅਨ ਦੀ ਸਪੋਰਟ ਤੋਂ ਨਹੀਂ ਚੱਲ ਸਕਦਾ। ਤੁਸੀਂ ਕਿਸੇ ਵੀ ਆਮ ਆਦਮੀ ਨੂੰ, ਜੇ ਉਹ 10 ਰੁਪਏ ਦੀ ਚੋਰੀ ਵੀ ਕਰ ਲੈਂਦਾ, ਉਹਨੂੰ ਫੜ ਕੇ ਪੁਲਿਸ ਕੁੱਟਮਾਰ ਕਰਦੀ ਹੈ, ਉਹਦੇ ਕੋਲ 10 ਰੁਪਏ ਕਢਾ ਲੈਂਦੀ ਹੈ। ਜਿਹੜੇ ਇਹ ਮਾਫੀਏ ਕਹਿ ਰਹੇ ਨੇ ਚੱਲ ਰਹੇ, ਮੈਂ ਕਹਿੰਦਾ ਕਿ ਇਹ ਮਾਫੀਆ ਬਿਲਕੁਲ ਨਹੀਂ ਹੈਗਾ, ਇਹ ਪੋਲੀਟੀਸ਼ੀਅਨ ਨੇ। ਕਿਸਾਨ ਸਹੀ ਐਜੀਟੇਸ਼ਨ ਕਰ ਰਹੇ ਨੇ ਕਿਉਂਕਿ ਉਹ ਇਹਨਾਂ ਨੂੰ ਟਾਰਗੇਟ ਕਰ ਰਹੇ ਨੇ, ਕਿਉਂਕਿ ਇਹਨਾਂ ਦੇ ਹੀ ਚਲਾਏ ਹੋਏ ਇਹ ਸਾਰੇ ਬਿਜ਼ਨਸ ਗੈਰ ਕਾਨੂੰਨੀ ਬਿਜ਼ਨਸ ਨੇ, ਜਿਹਦੇ 'ਚ ਰੇਤ ਬਜਰੀ ਦਾ ਬਹੁਤ ਵੱਡਾ ਬਿਜ਼ਨਸ ਜਿਹੜਾ ਗੈਰ ਕਾਨੂੰਨੀ ਚੱਲ ਰਿਹਾ, ਜਿਹਦੇ ਨਾਲ ਪੰਜਾਬ ਦੇ ਖਜ਼ਾਨੇ ਵਿੱਚ ਘਾਟਾ ਪੈ ਰਿਹਾ। ਟੈਕਸ ਚੋਰੀ ਬਹੁਤ ਜ਼ਿਆਦਾ ਹੋ ਰਹੀ ਹੈ, ਜਿਹਨੂੰ ਇਹ ਬਿਲਕੁਲ ਕਰਬ ਨਹੀਂ ਕਰਦੇ ਕਿਉਂਕਿ ਇਹ ਵੀ ਜਿਹੜਾ ਪੋਲੀਟੀਸ਼ੀਅਨ ਦੀ ਕਨਾਈਮੈਂਸ ਨਾਲ ਹੋ ਰਿਹਾ। ਸੋ ਇਸ ਕਰਕੇ ਜਿੰਨੇ ਵੀ ਤੁਸੀਂ ਮਾਫੀਆ ਦੀ ਗੱਲ ਕਰੋਗੇ, ਉਹ ਮਾਫੀਆ ਮੈਂ ਕਹਿੰਦਾ ਬਿਲਕੁਲ ਨਹੀਂ, ਉਹ ਪੋਲੀਟੀਸ਼ੀਅਨਸ ਦੇ ਬਿਜ਼ਨੈਸਿਸ ਨੇ। ਇੱਕ ਤਰੀਕੇ ਨਾਲ ਨੈਕਸਸ ਚੱਲ ਰਿਹਾ ਪੂਰੇ ਪੰਜਾਬ, ਇਲੀਗਲ ਬਿਜ਼ਨਸ ਨੇ ਇਹਨਾਂ ਦੇ। ਸੋ ਇਸ ਕਰਕੇ ਇਹ ਜਦੋਂ ਵੀ ਜਿੰਨੀ ਦੇਰ ਪੰਜਾਬ ਦਾ ਪੋਲੀਟੀਸ਼ੀਅਨ ਇਹ ਨਹੀਂ ਸੋਚਦਾ ਕਿ ਜੋ ਸਾਡਾ ਖਿੱਤਾ ਪੰਜਾਬ ਸੋਨੇ ਦੀ ਚਿੜੀਆ ਹੈ, ਉਹਨੂੰ ਜੇ ਅਸੀਂ ਖਾਈ ਜਾਵਾਂਗੇ ਤਾਂ ਉਹ ਘਟੇ ਜਾਏਗਾ। ਜੇ ਅਸੀਂ ਵਧਾਵਾਂਗੇ, ਲੈਜੀਟੀਮੇਟ ਉਹਦੇ 'ਚੋਂ ਸ਼ੇਅਰ ਲਵਾਂਗੇ ਤਾਂ ਸਾਰਿਆਂ ਨੂੰ ਫਾਇਦਾ ਹੋਏਗਾ। ਇਹ ਗੱਲ ਜਿਹੜੀ ਹੈ ਇਹ ਪੋਲੀਟੀਸ਼ੀਅਨ ਨਹੀਂ ਸਮਝਦਾ, ਕਿਉਂਕਿ ਪੋਲੀਟੀਸ਼ੀਅਨ ਸ਼ਾਰਟ ਸਾਈਟਡ ਹੈ। ਉਹ ਸਮਝਦਾ ਕਿ ਮੈਂ ਜੇ 5 ਸਾਲ ਵਿੱਚ ਪਾਵਰ ਵਿੱਚ ਆਇਆ ਅਤੇ ਮੈਂ ਆਪਣੀਆਂ ਜੱਦੀ ਪੁਸ਼ਤਾਂ ਲਈ ਇੰਨੀ ਵੈਲਥ ਛੱਡ ਜਾਵਾਂ ਕਿ ਜਿਹੜਾ ਉਹ ਮੁੜ ਕੇ ਉਹਨਾਂ ਨੂੰ ਕੰਮ ਕਰਨ ਦੀ ਲੋੜ ਨਾ ਪਏ, ਅਤੇ ਉਹਨਾਂ ਨੂੰ ਅਪੰਗ ਬਣਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰੀ ਜਾਂਦੇ ਨੇ। ਪਰ ਮੈਨੂੰ ਇਹ ਲੱਗਦਾ ਕਿ ਇਹ ਉਹਨਾਂ ਦੀ ਦੂਰਅੰਦੇਸ਼ੀ ਠੀਕ ਨਹੀਂ ਹੈਗੀ। ਪ੍ਰੋਫੈਸਰ ਸਾਹਿਬ, ਇਸ ਸਭ ਦੇ ਵਿਚਾਲੇ ਜੇ ਆਪਾਂ ਦੇਖੀਏ, ਜਦੋਂ ਖੁੱਲੀਆਂ ਬਾਹਾਂ ਲੈ ਕੇ ਅਡਾਨੀਆਂ ਤੇ ਅੰਬਾਨੀਆਂ ਦਾ ਪੰਜਾਬ 'ਚ ਸਵਾਗਤ ਕੀਤਾ ਜਾਂਦਾ ਕਿ ਤੁਸੀਂ ਆ ਕੇ ਇੱਥੇ ਆਪਣੇ ਵਪਾਰ ਖੋਲ੍ਹੋ, ਸਾਡੇ ਜਿਹੜੇ ਖਜ਼ਾਨੇ ਉਹ ਭਰੇ ਜਾਣ, ਸਾਡੇ ਨੌਜਵਾਨਾਂ ਨੂੰ ਜਾਂ ਸਾਡੇ ਲੋਕਾਂ ਨੂੰ ਵੱਡੇ ਵੱਡੇ ਸੁਪਨੇ ਦਿਖਾਏ ਜਾਂਦੇ ਨੇ, ਫਿਰ ਉਹ ਸਭ ਨੂੰ ਕਿੱਦਾਂ ਦੇਖਦੇ ਹੋ? ਸਿਆਸੀ ਨਜ਼ਰੀਆ ਉਸ ਉੱਤੇ ਕੀ ਕਹਿੰਦਾ? ਮੈਂ ਤੁਹਾਨੂੰ ਇੱਥੇ ਕਹਿਣਾ ਚਾਹਾਂਗਾ ਕਿ ਕਿਸਾਨਾਂ ਨੇ ਪੈਟਰੋਲ ਪੰਪਸ ਜਿਹੜੇ ਰਿਲਾਇੰਸ ਵਾਲੇ ਨੇ, ਉਹਨਾਂ ਦੇ ਉੱਤੇ ਵੀ ਸਿੰਬੋਲਿਕ ਧਰਨੇ ਲਾਏ ਹੋਏ ਨੇ ਕਿ ਉਹ ਸਮਝਦੇ ਨੇ ਕਿ ਸਾਡਾ ਜਿਹੜਾ ਇਸ ਕਿਸਮ ਦੇ ਬਿਜ਼ਨਸ ਜਿਹੜਾ ਵੱਡਾ ਹੈ ਉਹ ਨੈਸ਼ਨਲ ਲੈਵਲ 'ਤੇ ਵੀ ਲਾਜ਼ ਬਦਲ ਲੈਂਦਾ, ਪੋਲੀਟੀਸ਼ੀਅਨ ਨੂੰ ਉਹ ਬਰਾਈਬ ਕਰਦਾ ਇਲੈਕਸ਼ਨਾਂ ਦੇ ਵਿੱਚ, ਅਤੇ ਉਹਨਾਂ ਨੂੰ ਅਦਰਵਾਈਜ਼ ਵੀ ਜਿਹੜਾ ਉਹਦੇ 'ਚ ਕਪੈਸਿਟੀ ਪਰਚੇਜ਼ ਕਰਨ ਦੀ ਹੈਗੀ ਹੈ। ਸੋ ਇਸ ਕਰਕੇ ਉਹ ਸਿੱਧੇ ਔਰ ਅਸਿੱਧੇ ਤੌਰ 'ਤੇ ਪੋਲੀਟੀਸ਼ੀਅਨ ਨੂੰ ਬਹੁਤ ਵੱਡੇ ਫਾਇਦੇ ਪਹੁੰਚਾਉਂਦੇ ਨੇ। ਇਸ ਕਰਕੇ ਕਾਨੂੰਨ ਵੀ ਜਿਹੜੇ ਨੇ ਉਹ ਉਹਨਾਂ ਦੇ ਜੋ ਚਾਹੁੰਦੇ ਨੇ ਉਸ ਤਰੀਕੇ ਨਾਲ ਬਣ ਜਾਂਦੇ ਨੇ। ਅਤੇ ਮੈਨੂੰ ਇਹ ਲੱਗਦਾ ਕਿ ਜੇ ਬਿਜ਼ਨਸ ਜਿਹੜਾ ਹੈ ਉਹਨੂੰ ਕਰਨ ਦਾ ਤਰੀਕਾ ਜੇ ਅਸੀਂ ਸਿੱਖੀਏ ਈਸਟ ਏਸ਼ੀਅਨ ਕੰਟਰੀਜ਼ ਤੋਂ, ਤਾਂ ਇਹ ਆ ਕਿ ਨਵੇਂ ਕਿਸਮ ਦੇ ਬਿਜ਼ਨਸ ਜਿਸ 'ਚ ਨਵੀਆਂ ਪ੍ਰੋਡਕਟਸ ਆਉਣ, ਉਹ ਨਵੀਆਂ ਚੀਜ਼ਾਂ ਨਿਕਲਣ, ਨਵੇਂ ਕਾਰਖਾਨੇ ਲੱਗਣ, ਨਵੀਆਂ ਸਰਵਿਸਿਜ਼ ਦਿੱਤੀਆਂ ਜਾਣ, ਜਿਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਮਿਲੇ, ਤਾਂ ਮੈਂ ਸਮਝਦਾ ਕਿ ਉਹ ਬੈਨੀਫਿਟ ਹੁੰਦਾ ਹੈ ਲੋਕਾਂ ਨੂੰ, ਤਾਂ ਕਿ ਲੋਕ ਵੀ ਵੱਧਦੀ ਵੈਲਥ ਦੇ ਵਿੱਚੋਂ ਹਿੱਸਾ ਲੈਂਦੇ ਨੇ, ਤਾਂ ਕਿ ਉਹਨਾਂ ਨੂੰ ਚੰਗੀਆਂ ਨੌਕਰੀਆਂ ਮਿਲਣ ਅਤੇ ਉਹਦੇ ਨਾਲ ਵੱਧ ਹਿੱਸਾ ਜਿਹੜਾ ਆਵੇ ਅਤੇ ਲੋਕ ਵੀ ਖੁਸ਼ ਰਹਿਣਗੇ, ਦੇਸ਼ ਔਰ ਖਿੱਤਾ ਜਿਹੜਾ ਉਹ ਵੀ ਅੱਗੇ ਵਧੇਗਾ। ਪਰ ਸਾਡੇ ਜਿਹੜਾ ਇੱਕ ਬਿਜ਼ਨਸ ਇੰਟਰਸਟ ਵਿੱਚ ਇਹ ਹੋ ਰਿਹਾ ਕਿ ਪੋਲੀਟੀਸ਼ੀਅਨ ਕੀ ਕਰਦਾ, ਲਾ ਇੱਦਾਂ ਦੇ ਬਣਾਉਂਦਾ ਕਿ ਉਹਨਾਂ ਨੂੰ ਜਿਹੜੀ ਐਗਜ਼ਿਸਟਿੰਗ ਵੈਲਥ ਹੈ ਉਹਦੇ 'ਚੋਂ ਹੀ ਜ਼ਿਆਦਾ ਹਿੱਸਾ ਮਿਲ ਸਕੇ, ਜਿਹਦੇ ਨਾਲ ਕੀ ਹੈ ਕਿ ਆਮ ਜਨਤਾ ਜਿਹੜੀ ਹੈ ਉਹਨੂੰ ਉਹਦੇ ਉੱਤੇ ਭਾਰ ਪੈ ਜਾਂਦਾ। ਤੋ ਇਸ ਕਰਕੇ ਜਿਹੜੇ ਆ ਉਹ ਸੁਸਾਈਡ ਵੀ ਕਮਿਟ ਕਰਦੇ ਨੇ, ਉਹਨਾਂ ਦੀ ਜਿਹੜੀ ਐਗਜ਼ਿਸਟਿੰਗ ਕਾਰੋਬਾਰ ਨੇ ਉਹਨਾਂ ਨੂੰ ਵੀ ਧੱਕਾ ਲੱਗਦਾ। ਤੋ ਇਸ ਕਰਕੇ ਜਿਹੜਾ ਇਹ ਸਾਰਾ ਸਿਸਟਮ ਹੈ ਉਹ ਕਾਰਪੋਰੇਟਰ ਦੇ ਖਿਲਾਫ ਤਾਂ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਇਹ ਰੈਂਟ ਸੀਕਿੰਗ ਬਿਹੇਵੀਅਰ ਅਸੀਂ ਅਰਥ ਵਿਗਿਆਨ 'ਚ ਕਹਿੰਦੇ ਹਾਂ। ਅਤੇ ਜਿਹਦੇ ਨਵੀਂ ਵੈਲਥ ਹੋਵੇ, ਉਹਦੀ ਡਿਸਟਰੀਬਿਊਸ਼ਨ ਠੀਕ ਹੋਵੇ,
ਤੇ IMF ਦੀ ਚੀਫ ਨੇ ਵੀ ਇਹ ਗੱਲ ਕਹੀ ਸੀ ਕਿ ਜੇ ਭਾਰਤ ਵਿੱਚ ਜਿੰਨੇ ਸਾਡੇ ਬਿਲੀਅਨਰ ਬਣੇ ਨੇ, ਜੇ ਉਹਨਾਂ ਦਾ ਇਸ ਮੌਕੇ ਅਸੀਂ ਜੇ ਪਾਵਰਟੀ ਦੇ ਉੱਤੇ ਖਰਚਾ ਕਰਦੇ ਤਾਂ ਅਸੀਂ ਪਾਵਰਟੀ ਬਿਲਕੁਲ ਦੇਸ਼ 'ਚੋਂ ਰਿਮੂਵ ਕਰ ਸਕਦੇ ਸੀ, ਪਰ ਉਹ ਨਹੀਂ ਹੋਈ ਕਿਉਂਕਿ ਸਾਡੇ ਜਿਹੜੇ ਬਿਲੀਅਨਰਸ ਨੇ ਉਹਨਾਂ ਨੇ ਮਤਲਬ ਵੈਲਥ ਜਿਹੜੀ ਹੈ ਇਕੱਠੀ ਕਰ ਲਈ, ਪਰ ਉਹ ਨਵੀਂ ਵੈਲਥ ਨਹੀਂ ਜਨਰੇਟ ਕੀਤੀ ਜਿਹਦੇ ਨਾਲ ਲੋਕਾਂ ਨੂੰ, ਗਰੀਬਾਂ ਨੂੰ ਰੁਜ਼ਗਾਰ ਮਿਲਦਾ ਅਤੇ ਲੋਕਾਂ ਦੇ ਉਹ ਪਾਵਰਟੀ ਤੋਂ ਉੱਤੇ ਆਉਂਦੇ, ਕੰਫਰਟੇਬਲ ਹੁੰਦੇ। ਰਾਦਰ ਜਿਹੜਾ ਹੈ ਪਾਵਰਟੀ ਵਧਣ ਦੇ ਜਿਹੜੇ ਅਸਾਰ ਬਣ ਗਏ ਨੇ, ਇਨਇਕੁਆਲਿਟੀ ਬਹੁਤ ਵੱਧ ਗਈ ਹੈ। ਅਤੇ ਇਸ ਕਰਕੇ ਜਿਹੜਾ ਹੈ ਕਾਰਪੋਰੇਟ ਨੇ ਜਾਂ ਮਲਟੀਨੈਸ਼ਨਲ ਨੇ ਕਦੀ ਕਿਸੇ ਦੇਸ਼ ਨੂੰ ਡਿਵੈਲਪ ਨਹੀਂ ਕੀਤਾ। ਇਹ ਕਿਤੇ ਵੀ ਸਾਡੇ ਐਵੀਡੈਂਸ ਨਹੀਂ ਮਿਲਦੇ ਦੁਨੀਆ 'ਚ ਕਿ ਕਿਸੇ ਦੇਸ਼ ਨੂੰ ਇਹ ਕੰਪਨੀਆਂ ਆ ਕੇ ਡਿਵੈਲਪ ਕਰਦੀਆਂ ਨੇ। ਇਹ ਆਪਣੀ ਵੈਲਥ ਵਧਾਉਂਦੀਆਂ ਨੇ ਅਤੇ ਉਹਦੇ 'ਚ ਇਹ ਆ ਕਿ ਦੇਸ਼ ਨੇ, ਖਿੱਤੇ ਨੇ ਸੋਚਣਾ ਕਿ ਅਸੀਂ ਕਿਸ ਕਿਸਮ ਦੀਆਂ ਪਾਲਿਸੀਜ਼ ਬਣਾਈਆਂ ਕਿ ਸਾਡੇ ਲੋਕ ਜਿਹੜੇ ਆ ਉਹ ਐਕਸਪਲਾਇਟ ਨਾ ਹੋਣ। ਅਖੀਰ 'ਚ ਕੀ ਕਹਿਣਾ ਚਾਹੋਗੇ ਫਿਰ? ਕੇਂਦਰ ਸਰਕਾਰ ਲਗਾਤਾਰ ਖੇਤੀ ਕਾਨੂੰਨਾਂ ਨੂੰ ਲੈ ਕੇ ਇਹ ਕਿਉਂ ਕਹਿ ਰਹੀ ਹੈ ਕਿ ਵਿਚੋਲੀਆਂ ਦਾ ਧਰਨਾ ਹੈ, ਕੋਈ ਕੁਝ ਕਹਿ ਰਿਹਾ, ਇਹਨੂੰ ਸਾਰੇ ਨੂੰ ਕਿੱਦਾਂ ਦੇਖਦੇ? ਮੈਂ ਸਮਝਦਾ ਕਿ ਹਰ ਐਜੀਟੇਸ਼ਨ ਦੇ ਉੱਤੇ ਜਿਹੜੀ ਹੈ ਗਵਰਨਮੈਂਟ ਅਟੈਕ ਕਰਦੀ ਹੈ ਅਤੇ ਗਵਰਨਮੈਂਟ ਹੁਣ ਜਿਹੜਾ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਹੋਰ ਰੈਸ਼ਨਲ ਨਹੀਂ ਲੱਭਦੀ ਕਿ ਜਿਸ ਨਾਲ ਉਹ ਇਸ ਐਜੀਟੇਸ਼ਨ ਨੂੰ ਜਿਹੜਾ ਉਹ ਫਿਜ਼ਲ ਆਊਟ ਕਰ ਸਕਣ। ਅਤੇ ਹੁਣ ਉਹਨਾਂ ਨੇ ਇੱਕ ਅਡੰਬਰ ਰਚ ਲਿਆ ਜਿਹਦੇ ਨਾਲ ਜਿਹੜਾ ਨੈਸ਼ਨਲ ਲੈਵਲ 'ਤੇ ਗਵਰਨਮੈਂਟ ਕਹਿਣ ਲੱਗ ਗਈ ਵੀ ਅਸੀਂ ਤਾਂ ਇੰਟਰਮੀਡੀਏਟ ਹਟਾ ਦੇਣੇ ਆ। ਮੈਂ ਇਹ ਪੁੱਛਦਾ ਕਿਸੇ ਨੂੰ ਵੀ ਕਿ ਤੁਸੀਂ ਚਾਕਲੇਟ ਵੀ ਖਰੀਦੋ, ਉਹਦੇ ਵਿੱਚ ਕਿੰਨੇ ਇੰਟਰਮੀਡੀਏਟ ਨੇ, ਇੰਡਸਟਰੀਅਲ ਪ੍ਰੋਡਕਟ ਹੈ, ਉਹਨਾਂ ਨੂੰ ਕਿੰਨੇ ਪੈਸੇ ਜਾਂਦੇ ਨੇ? ਮੈਂ ਕੋਈ ਵੀ ਐਸੀ ਪ੍ਰੋਡਕਟ ਮੈਨੂੰ ਗਿਣਾ ਦਿਓ ਜਿਹਦੇ 'ਚ ਕੋਈ ਵੀ ਇੰਟਰਮੀਡੀਏਟ ਨਹੀਂ। ਜਹਾਜ਼ ਖਰੀਦਦੇ ਨੇ ਉਹਦੇ 'ਚ ਇੰਟਰਮੀਡੀਏਟ ਹੀ ਨੇ। ਤਾਂ ਇਸ ਕਰਕੇ ਜੇ ਫੂਡ ਗ੍ਰੇਨ ਪ੍ਰੋਡਕਸ਼ਨ ਵੀ ਹੁੰਦੀ ਹੈ, ਇਹਦੇ 'ਚ ਕਦੀ ਵੀ ਇੰਟਰਮੀਡੀਏਟ ਨਹੀਂ ਖਤਮ ਹੋਏ, ਨਾ ਹੋਣੇ ਨੇ। ਉਹਨਾਂ ਨੂੰ ਰੈਗੂਲੇਟ ਕੀਤਾ ਜਾ ਸਕਦਾ, ਉਹਨਾਂ ਦੇ ਜਿਹੜੇ ਖਰਚੇ ਨੇ ਉਹਨਾਂ ਨੂੰ ਘਟਾਇਆ ਜਾ ਸਕਦਾ, ਮਾਡਰੇਟ ਕੀਤਾ ਜਾ ਸਕਦਾ। ਇਸ ਕਰਕੇ ਜਿਹੜੀ ਰੈਗੂਲੇਟਰੀ ਪ੍ਰੋਸੈਸ ਹੈ ਇਹ ਜੇ ਨਹੀਂ ਚੱਲੂਗੀ ਤਾਂ ਪ੍ਰਾਈਵੇਟ ਵਾਲੇ ਜਿਹੜੇ ਆ ਉਹ ਜ਼ਿਆਦਾ ਇੰਟਰਮੀਡੀਏਟ ਵਿੱਚ ਜਨਰੇਟ ਹੋਣਗੇ, ਉਹ ਜ਼ਿਆਦਾ ਖਾਣਗੇ। ਇਹ ਜਿਹੜਾ ਤੁਹਾਡੇ ਕੋਲ ਬਾਹਰੋਂ ਟਰੱਕ ਝੋਨੇ ਦੇ ਆ ਰਹੇ ਨੇ, ਇਹ ਤੁਸੀਂ ਦੇਖੋ UP ਵਿੱਚ MSP ਲਾਗੂ ਨਹੀਂ ਹੈਗੀ, ਮੰਡੀਆਂ ਜਿਹੜੀਆਂ ਫੰਕਸ਼ਨ ਨਹੀਂ ਕਰਦੀਆਂ ਅਤੇ ਉਹ ਕੀ ਕਰ ਰਹੇ ਨੇ, ਉੱਥੋਂ 1000 ਰੁਪਏ ਖਰੀਦ ਕੇ ਪਰ ਕੁਆਂਟਲ ਝੋਨਾ ਅਤੇ ਪੰਜਾਬ ਵਿੱਚ 1800 ਨੂੰ ਵੇਚਣ ਨੂੰ ਆ ਰਹੇ ਨੇ। ਸੋ ਇਸ ਕਰਕੇ ਉਹਨਾਂ ਦਾ ਜਿਹੜਾ ਇਹ 800 ਰੁਪਏ ਦਾ ਗੇਨ ਹੈ ਉਹਦੇ ਨਾਲ ਉਹ ਉੱਥੋਂ ਝੋਨਾ ਲਿਆ ਕੇ ਇੱਥੇ ਵੇਚ ਰਹੇ ਨੇ। ਤਾਂ ਇਹ ਇੰਟਰਮੀਡੀਏਟ ਹੀ ਹੈ, ਇਹ ਕਿਸਾਨ ਥੋੜ੍ਹਾ ਲੈ ਕੇ ਆ ਰਿਹਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਪ੍ਰਾਈਵੇਟ ਵਿੱਚ ਜਿਹੜਾ ਹੈ ਇੰਟਰਮੀਡੀਏਟ ਤਾਂ ਰਹਿਣੇ ਨੇ, ਪਰ ਇੰਟਰਮੀਡੀਏਟ ਨੂੰ ਲਾਗੂ ਕਰਨਾ ਮੈਨੂੰ ਲੱਗਦਾ ਕਿ 2.5% ਜੇ ਤੁਸੀਂ ਇੱਥੇ ਦੇ ਰਹੇ ਹੋ, ਹਾਲਾਂਕਿ ਜ਼ਿਆਦਾ ਨੇ ਆੜ੍ਹਤੀਆਂ ਨੂੰ, ਮਤਲਬ 1% 1.5% ਤੇ ਤੱਕ ਮੈਨੇਜ ਕੀਤਾ ਜਾ ਸਕਦਾ। ਪਰ ਜੇ ਤੁਸੀਂ ਆਹ ਦੇਖੋ ਜਿਹੜੇ 18,000 ਰੁਪਏ ਤੋਂ 1800 ਦਾ 800 ਰੁਪਏ ਦਾ ਵਿੱਚੋਂ ਕੱਢ ਰਹੇ ਨੇ, ਇਹ ਤਾਂ ਬਹੁਤ ਜ਼ਿਆਦਾ ਹੈ। ਇਹ ਤਾਂ ਮਤਲਬ ਜਿਹੜਾ ਹੈ ਉਹ ਕੋਈ 40% ਦੇ ਕਰੀਬ ਹੈ। ਸੋ 40% ਵਿੱਚੋਂ ਕੱਢਣਾ ਅਤੇ 2.5% ਦਾ ਬੜਾ ਫਰਕ ਹੈ। ਤੋ ਇਸ ਕਰਕੇ ਮੈਨੂੰ ਲੱਗਦਾ ਕਿ ਇੰਟਰਮੀਡੀਏਟ ਤਾਂ ਮਾਰਕੀਟ ਸਿਸਟਮ ਵਿੱਚ ਹੁੰਦੇ ਨੇ ਅਤੇ ਇੰਟਰਮੀਡੀਏਟ ਤੋਂ ਬਿਨਾਂ ਮਾਰਕੀਟ ਨਹੀਂ ਫੰਕਸ਼ਨ ਕਰਦੀ। ਸੋ ਇਸ ਕਰਕੇ ਜੇ ਵਿਚੋਲੀਏ ਜਿਹੜੇ ਉਹ ਜ਼ਰੂਰੀ ਨੇ, ਵਿਚੋਲੀਏ ਚੀਜ਼ਾਂ ਲੋਕਾਂ ਦੇ ਹੱਥਾਂ ਵਿੱਚ ਤਾਂ ਹੀ ਪਹੁੰਚਣਗੀਆਂ ਜੇ ਵਿਚੋਲੀਏ ਹੋਣਗੇ ਤਾਂ। ਸੋ ਇਸ ਕਰਕੇ ਜੇ ਕਿਸਾਨ ਤੋਂ ਵੀ ਖਰੀਦਦੇ ਆ ਤਾਂ ਮੈਨੂੰ ਲੱਗਦਾ ਰੈਗੂਲੇਟਡ ਮੰਡੀ ਵਿੱਚ ਘੱਟ ਐਕਸਪਲੋਇਟੇਸ਼ਨ ਹੁੰਦੀ ਹੈ ਜਾਂ ਨਾ ਮਾਤਰ ਹੈ, ਕਿਉਂਕਿ ਸਾਨੂੰ ਪਤਾ ਹੈ ਕਿ ਉੱਥੇ ਇੰਨੇ % ਤੁਹਾਨੂੰ ਦੇਣਾ ਪਏਗਾ। ਖੇਤੀ ਸੰਕਟ ਦਾ ਹੱਲ ਕੀ ਮੰਨਦੇ ਹੋ? ਤੁਹਾਡਾ ਨਜ਼ਰੀਆ ਕੀ ਕਹਿੰਦਾ? ਮੈਨੂੰ ਇਹ ਲੱਗਦਾ ਕਿ ਜਿਹੜੇ ਖੇਤੀ ਸੰਕਟ ਹੈ ਉਹਦਾ ਹੱਲ ਇੱਕੋ ਹੀ ਇੱਕ ਹੈ ਕਿ ਜੇ ਤੁਸੀਂ ਇਹਨਾਂ ਦੇ ਰੂਲ ਐਂਡ ਰੈਗੂਲੇਸ਼ਨ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਬਣਾਓ ਤਾਂ ਕਿ ਜਿਹੜਾ ਮਤਲਬ ਕਿਸਾਨ ਨੂੰ ਖਰਚਾ ਕਰਨਾ ਪੈਂਦਾ ਹੈ, ਖਰਚੇ ਤੋਂ ਓਵਰ ਐਂਡ ਅਬਵ, ਜਿਵੇਂ ਕਿਹਾ ਜਾਂਦਾ ਕਿ 50% ਜਿਹੜਾ ਤੁਸੀਂ ਇਹਦੇ 'ਤੇ ਪ੍ਰੋਫਿਟ ਦਿਓਗੇ ਇਹਨਾਂ ਨੂੰ, ਤਾਂ ਹੀ ਇਹ ਜਿਹੜਾ ਕਿਸਾਨੀ ਲਾਹੇਵੰਦ ਹੋ ਸਕਦੀ ਹੈ। ਅਦਰਵਾਈਜ਼ ਜਿਹੜਾ ਕਿਸਾਨੀ ਲਾਹੇਵੰਦ ਨਹੀਂ ਹੋ ਸਕਦੀ। ਸ਼ੁਕਰੀਆ ਪ੍ਰੋਫੈਸਰ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਸਾਡੇ ਨਾਲ ਮੌਜੂਦ ਸਨ ਪ੍ਰੋਫੈਸਰ ਲਖਵਿੰਦਰ ਸਿੰਘ ਗਿੱਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਰਥ ਸ਼ਾਸਤਰ ਵਿਭਾਗ ਤੋਂ, ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਕਿਸਾਨੀ ਸੰਕਟ ਦੇ ਵਿੱਚ ਸਭ ਤੋਂ ਵੱਡਾ ਰੋਲ ਜਿਹੜਾ ਹੈ ਉਹ ਰਾਜਨੀਤਿਕ, ਜੇ ਕਹਿ ਲਓ ਕਿ ਸਿਆਸੀ ਲੀਡਰਾਂ ਦਾ, ਜਿਹੜੇ ਕਾਰਪੋਰੇਟ ਘਰਾਣਿਆਂ ਦੇ ਨਾਲ ਹੱਥ ਮਿਲਾਉਂਦੇ ਨੇ, ਵਿੱਚ ਭਾਈਵਾਲੀ ਰੱਖਦੇ ਨੇ। ਆਪਣੀ ਭਾਈਵਾਲੀ ਰੱਖ ਕੇ ਜਿਹੜਾ ਉਹ ਲੋਕਾਂ ਨੂੰ ਦੋਹਾਂ ਹੱਥਾਂ ਦੇ ਨਾਲ ਲੁੱਟਿਆ ਜਾ ਰਿਹਾ। ਤੁਹਾਡਾ ਇਸ ਬਾਰੇ ਕੀ ਕਹਿਣਾ? ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਰੱਖਿਓ। ਲੋਕ ਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।